एपिकल बायोलॉजी अवर टुडेज टॉपिक इज़ बॉडी फ्लूइड्स एंड सर्कुलेशन। ਇਹਦੇ ਵਿੱਚ ਅਸੀਂ ਜਿਵੇਂ 10th ਕਲਾਸ ਦੇ ਵਿੱਚ ਟਰਾਂਸਪੋਰਟੇਸ਼ਨ ਕੀਤੀ ਸੀ ਹਿਊਮਨ ਬੀਇੰਗ ਦੇ ਵਿੱਚ ਕਿ ਕਿਵੇਂ ਚੀਜ਼ਾਂ ਟਰਾਂਸਫਰ ਹੁੰਦੀਆਂ ਹੈ, ਜਿਹੜਾ ਵੀ ਸਾਡਾ ਡਾਈਜੈਸਟਡ ਫੂਡ ਆ ਜਾਂ ਸਾਡੀ ਆਕਸੀਜਨ ਆ ਉਹ ਕਿਵੇਂ ਸਰਕੂਲੇਟ ਕਰਦਾ, ਸਰਕੂਲੇਟਰੀ ਸਿਸਟਮ ਦੇ ਵਿੱਚ ਅਸੀਂ ਪੜ੍ਹਿਆ। ਇਸ ਚੈਪਟਰ ਦੇ ਵਿੱਚ ਅਸੀਂ ਉਹਦੇ ਫੁੱਲ ਕਨਸੈਪਟ ਬਾਰੇ ਦੇਖਾਂਗੇ ਕਿ ਬਲੱਡ ਗਰੁੱਪ ਕਿਵੇਂ ਬਣਦੇ ਆ ਜਾਂ ਹਾਰਟ ਦੀ ਫੰਕਸ਼ਨਿੰਗ ਐਕਚੁਅਲੀ ਕਿਵੇਂ ਹੁੰਦੀ ਆ ਜਾਂ ਡਿਜ਼ੀਜ਼ਿਜ਼ ਕਿਹੜੀਆਂ ਨੇ ਇਹਦੇ ਨਾਲ ਰਿਲੇਟਡ ਐਂਡ ਸਾਡੇ ਬਲੱਡ ਦੇ ਕੰਪੋਨੈਂਟ ਕਿਹੜੇ ਨੇ ਉਹਨਾਂ ਬਾਰੇ ਜਿਹੜਾ ਉਹ ਪੜ੍ਹਾਂਗੇ ਅਸੀਂ। ਸਭ ਤੋਂ ਪਹਿਲਾਂ ਕਿ ਸਰਕੂਲੇਸ਼ਨ ਜਿਹੜੀ ਹੁੰਦੀ ਆ ਉਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ। ਸਾਡੇ ਕੋਲ ਦੋ ਤਰ੍ਹਾਂ ਦੀ ਸਰਕੂਲੇਸ਼ਨ ਆ, ਫਸਟ ਇਜ਼ ਇੰਟਰਾ ਸੈਲੂਲਰ ਐਂਡ ਸੈਕਿੰਡ ਇਜ਼ ਐਕਸਟਰਾ ਸੈਲੂਲਰ। ਜਿੱਥੇ ਵੀ ਵਰਡ ਇੰਟਰਾ ਆਏਗਾ ਇਟ ਮੀਨਸ ਕਿ ਵਿਦਨ ਸੇਮ, ਠੀਕ ਹੈ, ਇੱਕ ਹੀ ਸੈੱਲ ਦੇ ਵਿੱਚ ਜਿਹੜੀ ਹੋਣੀ ਟਰਾਂਸਪੋਰਟ, ਇਹਦੀ ਜਿਹੜੀ ਮੂਵਮੈਂਟ ਹੁੰਦੀ ਆ ਉਹਨੂੰ ਸਾਈਕਲੋਸਿਸ ਬੋਲ ਦਿੰਦੇ ਆ। ਐਂਡ ਇਹ ਹਮੇਸ਼ਾ ਯੂਨੀਸੈਲੂਲਰ ਦੇ ਵਿੱਚ ਹੋ ਸਕਦੀ ਆ ਕਿਉਂਕਿ ਇੰਟਰਾ ਵਿਦਨ ਇੱਕ ਸੈੱਲ ਦੇ ਅੰਦਰ ਹੀ ਟਰਾਂਸਪੋਰਟੇਸ਼ਨ ਤਾਂ ਉੱਥੇ ਹੀ ਹੋ ਸਕਦੀ ਹੈ, ਉੱਥੇ ਹੀ ਪੋਸੀਬਲ ਆ ਜੇ ਉੱਥੇ ਇੱਕ ਹੀ ਸੈੱਲ ਦਾ ਔਰਗੈਨਿਜ਼ਮ ਹੋਏ, ਠੀਕ ਹੈ। ਜਿਵੇਂ ਅਸੀਂ ਮਲਟੀ ਸੈਲੂਲਰ ਔਰਗੈਨਿਜ਼ਮ ਆ, ਸਾਡੇ ਵਿੱਚ ਸੈੱਲ ਟੂ ਸੈੱਲ ਟਰਾਂਸਫਰ ਹੁੰਦੀਆਂ ਨੇ ਚੀਜ਼ਾਂ, ਠੀਕ ਹੈ। ਐਂਡ ਜਿਹੜਾ ਐਕਸਟਰਾ ਸੈਲਰ ਹੁੰਦਾ ਉਹ ਮਤਲਬ ਸੈੱਲ ਤੋਂ ਬਾਹਰ ਵਾਲੀ ਸਾਈਡ ਵੱਲ ਚੀਜ਼ਾਂ ਟਰਾਂਸਪੋਰਟ ਹੁੰਦੀਆਂ ਨੇ, ਠੀਕ ਹੈ। ਜਿਵੇਂ ਵਨ ਔਰਗਨ ਟੂ ਅਨਦਰ ਔਰਗਨ ਐਂਡ ਹਰੇਕ ਜਿਹੜੀ ਸਾਡੇ ਕੋਲ ਕੰਪੋਜੀਸ਼ਨ ਹੁੰਦੀ ਆ ਕਿਸੇ ਵੀ ਔਰਗਨ ਦੀ, ਸਾਡੀ ਕੰਪੋਜੀਸ਼ਨ ਇਸ ਤਰ੍ਹਾਂ ਹੈ ਕਿ ਸੈੱਲ ਮਿਲ ਕੇ ਕੀ ਬਣਾਉਂਦੇ ਆ, ਤੁਸੀਂ 9th ਦੇ ਵਿੱਚ ਬੇਸਿਕ ਕੀਤਾ ਹੋਏਗਾ। ਸੈੱਲ ਮਿਲ ਕੇ ਟਿਸ਼ੂ ਬਣਾਉਂਦੇ ਆ, ਟਿਸ਼ੂ ਮਿਲ ਕੇ ਔਰਗਨ ਬਣਾਉਂਦੇ ਆ, ਔਰਗਨਸ ਮਿਲ ਕੇ ਕੀ ਬਣਾਉਂਦੇ ਨੇ, ਔਰਗਨ ਸਿਸਟਮ ਬਣਾਉਂਦੇ ਨੇ, ਅਤੇ ਬਹੁਤ ਸਾਰੀਆਂ ਔਰਗਨ ਸਿਸਟਮ ਮਿਲ ਕੇ ਕੀ ਬਣਦਾ ਇੱਕ ਔਰਗੈਨਿਜ਼ਮ, ਠੀਕ ਹੈ। ਇਟ ਮੀਨਸ ਕਿ ਜੇ ਸੈੱਲ ਤੋਂ ਬਾਹਰ ਵੱਲ ਚੀਜ਼ਾਂ ਜਾ ਰਹੀਆਂ ਤਾਂ ਉਹ ਸਾਡੀ ਪੂਰੀ ਔਰਗਨ ਅਸੀਂ ਇਨਵੋਲਵ ਇਹਦੇ ਵਿੱਚ ਕਰ ਸਕਦੇ ਹਾਂ ਕਿ ਇੱਕ ਸੈੱਲ ਤੋਂ ਦੂਜੇ ਸੈੱਲ ਤੱਕ ਜਿਹੜੀਆਂ ਚੀਜ਼ਾਂ ਉਹ ਜਾਂਦੀਆਂ ਨੇ, ਠੀਕ ਹੈ। ਹੁਣ ਅਸੀਂ ਇੱਥੇ ਪੜ੍ਹਾਂਗੇ ਪਹਿਲਾਂ ਸਰਕੂਲੇਟਰੀ ਸਿਸਟਮ। ਜਿਹੜਾ ਸਾਡਾ ਸਰਕੂਲੇਟਰੀ ਸਿਸਟਮ ਆ, ਜਿੰਨੇ ਵੀ ਔਰਗੈਨਿਜ਼ਮਸ ਆ ਉਹਨੂੰ ਅਸੀਂ ਵੈਸਕੂਲਰ ਸਿਸਟਮ ਕਹਿ ਦਿੰਦੇ ਹਾਂ, ਠੀਕ ਹੈ। ਐਂਡ ਇਹ ਦੋ ਤਰ੍ਹਾਂ ਦਾ ਹੋ ਸਕਦਾ, ਵਨ ਇਜ਼ ਓਪਨ ਐਂਡ ਸੈਕਿੰਡ ਇਜ਼ ਕਲੋਜ਼ਡ। ਸਾਡੇ ਕੋਲ ਓਪਨ ਐਂਡ ਕਲੋਜ਼ਡ ਸਰਕੂਲੇਟਰੀ ਸਿਸਟਮ। ਜਿਹੜਾ ਓਪਨ ਸਿਸਟਮ ਹੁੰਦਾ ਆ ਇਹਦੇ ਵਿੱਚ ਕੀ ਹੁੰਦਾ ਹੈ ਕਿ ਸਾਰੇ ਸੈੱਲ ਜਿਹੜੇ ਨੇ ਉਹ ਡਾਇਰੈਕਟ ਕੰਟੈਕਟ ਵਿੱਚ ਹੁੰਦੇ ਆ ਬਾਡੀ ਦੇ, ਜਿਹੜਾ ਵੀ ਬਲੱਡ ਆ ਉਹਦੇ ਡਾਇਰੈਕਟ ਕੰਟੈਕਟ 'ਚ ਹੁੰਦੇ ਆ ਸਾਰੇ ਸੈੱਲ। ਐਂਡ ਜਿਹੜਾ ਕਲੋਜ਼ਡ ਹੁੰਦਾ ਇਹਦੇ ਵਿੱਚ ਪਾਈਪਸ ਵਿੱਚ ਫਲੋ ਕਰਦਾ ਆ ਬਲੱਡ, ਅਤੇ ਸਾਰੇ ਸੈੱਲ ਡਾਇਰੈਕਟ ਕੰਟੈਕਟ 'ਚ ਨਹੀਂ ਹੁੰਦੇ, ਠੀਕ ਹੈ। ਜਿਹੜਾ ਓਪਨ ਸਿਸਟਮ ਹੈਗਾ ਆ, ਓਪਨ ਵੈਸਕੂਲਰ ਸਿਸਟਮ ਹੈਗਾ ਆ ਜਾਂ ਓਪਨ ਸਰਕੂਲੇਟਰੀ ਸਿਸਟਮ ਆ, ਇਹ ਕਿੰਨਾਂ ਵਿੱਚ ਪੈ ਜਾਂਦਾ, ਲੋਅਰ ਔਰਗੈਨਿਜ਼ਮ ਜਿੱਦਾਂ ਆਰਥਰੋਪੋਡਸ ਹੋ ਗਏ, ਠੀਕ ਹੈ, ਕਾਕਰੋਚ ਵਗੈਰਾ, ਉਹਨਾਂ ਦੇ ਵਿੱਚ, ਜਾਂ ਜਿਹੜੇ ਮਲਸਕ ਨੇ ਉਹਨਾਂ ਦੇ ਵਿੱਚ ਪਾਇਆ ਜਾਂਦਾ ਹੈ, ਠੀਕ ਹੈ। ਹੁਣ ਕੀ ਆ, ਜਿਹੜੇ ਕਲੋਜ਼ਡ ਸਰਕੂਲੇਟਰੀ ਸਿਸਟਮ ਆ, ਜਿੰਨੇ ਵੀ ਐਨੀਲਿਡਸ ਨੇ, ਐਨੀਲਿਡਸ ਮਤਲਬ ਜਿੱਦਾਂ ਅਰਥਵਰਮ ਤੋਂ ਲੈ ਕੇ ਅਤੇ ਵਰਟੀਬ੍ਰੇਟਸ ਮਤਲਬ ਅੱਪਰ ਜਿੰਨੇ ਵੀ ਔਰਗੈਨਿਜ਼ਮ ਨੇ ਜਿਨ੍ਹਾਂ ਦੇ ਵਿੱਚ ਬੋਨਸ ਵਗੈਰਾ ਹੁੰਦੀਆਂ, ਸਾਰੀਆਂ ਅਰਥਵਰਮ ਤੋਂ ਲੈ ਕੇ ਉਹਦੇ ਤੋਂ ਜਿੰਨੇ ਵੀ ਔਰਗੈਨਿਜ਼ਮ ਉੱਪਰ ਅਬਵ ਐਵੋਲੂਟ ਹੋਏ ਨੇ, ਬਣੇ ਨੇ ਧਰਤੀ 'ਤੇ, ਉਹਨਾਂ ਸਾਰਿਆਂ ਦੇ ਵਿੱਚ ਕਲੋਜ਼ਡ ਸਿਸਟਮ, ਮਤਲਬ ਉਹਨਾਂ ਦੇ ਵਿੱਚ ਪਾਈਪਸ ਵਿੱਚ ਬਲੱਡ ਫਲੋ ਕਰਦਾ ਹੈ, ਠੀਕ ਹੈ। ਉੱਥੇ ਸਪੈਸ਼ਲ ਹੈਗਾ ਕਿ ਆਕਸੀਜਨੇਟਡ ਬਲੱਡ ਹੋਊਗਾ, ਕਿਸੇ 'ਚ ਡੀਆਕਸੀਜਨੇਟਡ ਬਲੱਡ ਹੋਊਗਾ, ਬਟ ਓਪਨ ਸਿਸਟਮ ਦੇ ਵਿੱਚ ਇਸ ਤਰ੍ਹਾਂ ਬਿਲਕੁਲ ਨਹੀਂ ਹੁੰਦਾ, ਠੀਕ ਹੈ। ਹੁਣ ਜੇ ਓਪਨ ਸਿਸਟਮ ਆ ਤਾਂ ਉੱਥੇ ਬਲੱਡ ਦਾ ਪ੍ਰੈਸ਼ਰ ਲੋ ਹੋਊਗਾ ਬਿਕਾਜ਼ ਬਲੱਡ ਕਿਸੇ ਪਾਈਪ 'ਚ ਫਲੋ ਨਹੀਂ ਕਰ ਰਿਹਾ, ਓਪਨਲੀ ਫਲੋ ਕਰ ਰਿਹਾ। ਤੁਸੀਂ ਨੋਰਮਲ ਦੇਖ ਸਕਦੇ ਹੋ ਕਿ ਸਪੋਜ਼ ਕਿ ਕਿਸੇ ਵਾਟਰ ਬੋਡੀ ਤੋਂ ਟਿਊਬਵੈਲ ਤੋਂ ਹੀ ਮੰਨ ਲਓ ਤੁਸੀਂ ਪਾਣੀ ਜਾ ਰਿਹਾ, ਓਪਨ ਹੀ ਜਾ ਰਿਹਾ, ਕੋਈ ਉਹਨੂੰ ਸਿਸਟਮ ਨਹੀਂ ਹੈਗਾ ਉੱਥੇ ਅੱਗੇ ਲੱਗਾ ਪਾਈਪ ਨਹੀਂ ਆ ਪਰਟੀਕੂਲਰ, ਅਤੇ ਉਹਦਾ ਸਪੀਡ ਸਲੋ ਹੋਏਗੀ। ਅਤੇ ਇੱਕ ਪਾਸੇ ਤੁਸੀਂ ਲਗਾ ਲਓ ਕਿ ਕੋਈ ਪਾਈਪ ਨਾਲ ਅਟੈਚ ਕੀਤਾ ਅਤੇ ਉਹਦੀ ਕੰਪੈਰੇਟਿਵਲੀ ਸਪੀਡ ਹਾਈ ਹੋਏਗੀ ਬਿਕਾਜ਼ ਸਾਈਡ ਵੱਲ ਨੂੰ ਨਹੀਂ ਜਾਣਾ ਉਹਨੇ, ਉਹਦੀ ਜਿਹੜੀ ਡਾਇਰੈਕਸ਼ਨ ਉੱਧਰ ਹੀ ਫਲੋ ਕਰਨਾ। ਅਤੇ ਇਸ ਕਰਕੇ ਕਲੋਜ਼ਡ ਵਾਲਿਆਂ ਦਾ ਜਿਹੜਾ ਬਲੱਡ ਦਾ ਪ੍ਰੈਸ਼ਰ ਆ ਦੈਟ ਇਜ਼ ਕੰਸੀਡਰੇਬਲੀ ਹਾਈ ਦੈਨ ਦੀ ਓਪਨ ਵੈਸਕੂਲਰ ਸਿਸਟਮ। ਐਂਡ ਇਹਦਾ ਜਿਹੜਾ ਰੈਸਪੀਰੇਟਰੀ ਪਿਗਮੈਂਟ ਹੁੰਦਾ, ਜ਼ਿਆਦਾਤਰ ਇਹਨਾਂ ਦੇ ਵਿੱਚ ਰੈਸਪੀਰੇਟਰੀ ਪਿਗਮੈਂਟ ਨਹੀਂ ਹੁੰਦਾ, ਜਿਹੜੇ ਆ ਲੋਅਰ ਔਰਗੈਨਿਜ਼ਮ ਨੇ ਇਹਨਾਂ ਦੇ ਵਿੱਚ ਜ਼ਿਆਦਾਤਰ ਨਹੀਂ ਪ੍ਰੈਜੈਂਟ ਹੁੰਦਾ, ਬਟ ਜੇ ਹੁੰਦਾ ਵੀ ਆ ਅਤੇ ਉਹ RBCs ਵਿੱਚ ਪ੍ਰੈਜੈਂਟ ਨਹੀਂ ਹੁੰਦਾ, ਉਹ ਪਲਾਜ਼ਮਾ 'ਚ ਪ੍ਰੈਜੈਂਟ ਹੁੰਦਾ ਹੈ, ਠੀਕ ਹੈ। ਹੁਣ ਜਿਹੜਾ ਰੈਸਪੀਰੇਟਰੀ ਪਿਗਮੈਂਟ ਉਹ ਕਿਹੜਾ ਹੋ ਸਕਦਾ ਹੈ, ਹੀਮੋਸਾਇਨਿਨ ਜਿਹੜਾ ਮਲਸਕ ਦੇ ਵਿੱਚ ਪਾਇਆ ਜਾਂਦਾ ਹੈ, ਹੀਮੋਸਾਇਨਿਨ ਪਿਗਮੈਂਟ ਹੋ ਸਕਦਾ ਹੈ। ਐਂਡ ਇਹ ਪਲਾਜ਼ਮਾ ਦੇ ਵਿੱਚ ਹੋਊਗਾ, RBCs ਵਿੱਚ ਜਿਹੜਾ ਉਹ ਨਹੀਂ ਹੋਊਗਾ। ਜਦ ਕਿ ਜਿਹੜਾ ਕਲੋਜ਼ਡ ਸਰਕੂਲੇਟਰੀ ਸਿਸਟਮ ਹੁੰਦਾ ਆ, ਜਿਹੜਾ ਉਹਨਾਂ ਦਾ ਰੈਸਪੀਰੇਟਰੀ ਪਿਗਮੈਂਟ ਹੁੰਦਾ, ਹੀਮੋਗਲੋਬਿਨ, ਤੁਸੀਂ 10th 'ਚ ਵੀ ਕੀਤਾ ਹੋਏਗਾ, ਉਹ ਵਾਲਾ ਹੀਮੋਗਲੋਬਿਨ RBCs ਦੇ ਵਿੱਚ ਪ੍ਰੈਜੈਂਟ ਹੁੰਦਾ ਹੈ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਕਿ ਹੁਣ ਜਿਹੜਾ ਅਸੀਂ ਕਿਹਾ ਕਿ ਪਾਈਪਸ ਵਿੱਚ ਬਲੱਡ ਫਲੋ ਕਰਦਾ ਹੈ, ਅਤੇ ਉਹ ਕਿਹੜੀਆਂ ਕਿਹੜੀਆਂ ਪਾਈਪਸ ਹੁੰਦੀਆਂ ਨੇ, ਦੈਟ ਇਜ਼ ਆਰਟਰੀਜ਼, ਵੇਨਸ ਐਂਡ ਕੈਪਿਲਰੀਜ਼। ਆਰਟਰੀਜ਼ ਜਿਹੜੀਆਂ ਨੇ ਉਹ ਜਿਹੜੀਆਂ ਹੁੰਦੀਆਂ ਉਹਨਾਂ 'ਚ ਆਕਸੀਜਨੇਟਡ ਬਲੱਡ ਹੁੰਦਾ, ਅਤੇ ਵੇਨ ਜਿਹੜੀਆਂ ਉਹਨਾਂ 'ਚ ਡੀਆਕਸੀਜਨੇਟਡ ਬਲੱਡ ਹੁੰਦਾ ਹੈ। ਇੱਥੇ ਇੱਕ ਸਾਡੇ ਕੋਲ ਐਕਸੈਪਸ਼ਨ ਆ
ਕਿ ਜਿੰਨੀਆਂ ਵੀ ਸਾਡੀ ਬੋਡੀ ਦੀਆਂ ਆਰਟਰੀਜ਼ ਨੇ ਉਹਨਾਂ ਸਾਰੀਆਂ ਦੇ ਕੋਲ ਹੀ ਆਕਸੀਜਨੇਟਡ ਬਲੱਡ ਹੋਏਗਾ, ਐਕਸੈਪਟ ਕਿਹੜੀ ਆਰਟਰੀ? ਪਲਮੋਨਰੀ ਆਰਟਰੀ। ਸਾਡੀ ਬੋਡੀ 'ਚ ਪਲਮੋਨਰੀ ਆਰਟਰੀ ਹੀ ਅਜਿਹੀ ਆਰਟਰੀ ਆ ਜਿਹਦੇ ਵਿੱਚ ਆਕਸੀਜਨੇਟਡ ਬਲੱਡ ਆ ਉਹ ਨਹੀਂ ਹੁੰਦਾ। ਜਦੋਂ ਅਸੀਂ ਹਾਰਟ ਦੀ ਫੰਕਸ਼ਨਿੰਗ ਕਰਾਂਗੇ ਤਾਂ ਇਹ ਟਰਮ ਆਉਣਗੀਆਂ, ਸੋ ਕੀਪ ਇਨ ਮਾਈਂਡ ਐਂਡ ਟਰਾਈ ਟੂ ਲਰਨ ਇਟ ਇਨ ਨਾਓ। ਨੈਕਸਟ ਆ ਗਿਆ ਵੇਨ। ਵੇਨ ਦੇ ਵਿੱਚ ਹੁੰਦਾ ਆ ਕਿ ਜਿੰਨਾ ਵੀ ਸਾਡੀ ਬੋਡੀ ਦਾ ਡੀਆਕਸੀਜਨੇਟਡ ਬਲੱਡ ਆ ਉਹ ਹੁੰਦਾ ਆ ਸਿਰਫ ਅਤੇ ਸਿਰਫ ਸਾਡੀ ਪਲਮੋਨਰੀ ਵੇਨ ਜਿਹੜੀ ਹੁੰਦੀ ਆ ਉਹਦੇ ਵਿੱਚ ਡੀਆਕਸੀਜਨੇਟਡ ਬਲੱਡ ਨਹੀਂ ਹੁੰਦਾ, ਉਹਦੇ 'ਚ ਆਕਸੀਜਨੇਟਡ ਹੁੰਦਾ ਹੈ। ਠੀਕ ਹੈ, ਇਹੀ ਇੱਕ ਸਾਡੀ ਬੋਡੀ ਦੀ ਐਕਸੈਪਸ਼ਨ ਆ ਕਿ ਸਾਰੀਆਂ ਵੇਨ 'ਚ ਡੀਆਕਸੀਜਨੇਟਡ ਆ ਬਟ ਇਹ ਵਾਲੀ ਵੇਨ 'ਚ ਆਕਸੀਜਨੇਟਡ ਆ। ਠੀਕ ਹੈ, ਐਂਡ ਆਰਟਰੀ ਦੀਆਂ ਜਿਹੜੀਆਂ ਵਾਲਸ ਨੇ ਉਹ ਥਿੱਕ ਹੁੰਦੀਆਂ ਨੇ, ਮੋਟੀਆਂ ਹੁੰਦੀਆਂ ਉਹਨਾਂ ਦੀਆਂ ਕੰਧਾਂ ਜਿਹੜੀਆਂ ਹੁੰਦੀਆਂ, ਅਤੇ ਲਿਊਮਨ ਜਿਹੜਾ ਉਹ ਨੈਰੋ ਹੁੰਦਾ। ਲਿਊਮਨ ਮਤਲਬ ਜਿਵੇਂ ਆ ਸਪੋਜ਼ ਕੋਈ ਪਾਈਪ ਆ ਅਤੇ ਉਹਦਾ ਅੰਦਰ ਵਾਲਾ ਜਿਹੜਾ ਖਾਲੀ ਹਿੱਸਾ ਉਹਨੂੰ ਅਸੀਂ ਲਿਊਮਨ ਬੋਲਦੇ ਹਾਂ, ਡਾਇਆਮੀਟਰ ਆ ਜਿਹੜਾ ਉਹਦਾ। ਅਤੇ ਇਹਦੀਆਂ ਵਾਲਸ ਜਿਹੜੀਆਂ ਉਹ ਪਤਲੀਆਂ ਹੁੰਦੀਆਂ ਨੇ। ਠੀਕ ਹੈ, ਐਂਡ ਇਹਦਾ ਲਿਊਮਨ ਜਿਹੜਾ ਉਹ ਬਰੋਡ ਹੁੰਦਾ, ਜ਼ਿਆਦਾ ਮੋਟੇ ਹੁੰਦੇ ਆ। ਇਹਦਾ ਜਿਹੜਾ ਲਿਊਮਨ ਅੰਦਰ ਵਾਲੀ ਸਾਈਡ ਦਾ ਡਾਇਆਮੀਟਰ ਉਹ ਘੱਟ ਹੁੰਦਾ ਐਜ਼ ਕੰਪੇਅਰ ਟੂ ਵੇਨਸ। ਠੀਕ ਹੈ, ਹੁਣ ਇਹਦੀਆਂ ਜੇ ਵਾਲਸ ਥਿੱਕ ਆ ਅਤੇ ਅਸੀਂ ਇਹਨਾਂ ਨੂੰ ਆਪਣੀ ਬੋਡੀ ਸਾਡੀ ਤੋਂ ਸਾਨੂੰ ਬਾਹਰ ਜਿਹੜੀਆਂ ਉਹ ਨਹੀਂ ਦਿਖਦੀਆਂ, ਜਦ ਕਿ ਜਿਹੜੀਆਂ ਵੇਨਸ ਆ ਇਹਨਾਂ ਦੀਆਂ ਵਾਲਸ ਥਿਨ ਆ ਅਤੇ ਅਸੀਂ ਦੇਖ ਸਕਦੇ ਹਾਂ ਜਿਹੜੀਆਂ ਸਾਡੀਆਂ ਬਲੂ ਵਾਲੀਆਂ ਵੇਨਸ ਆ ਇਹ ਸਾਨੂੰ ਦਿਖਦੀਆਂ ਪਈਆਂ। ਇਹ ਵੇਨਸ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਆ ਈਜ਼ੀਲੀ, ਇਹ ਵੇਨਸ ਸਾਨੂੰ ਦਿਖਦੀਆਂ, ਜਦ ਕਿ ਆਰਟਰੀਜ਼ ਜਿਹੜੀਆਂ ਹੁੰਦੀਆਂ ਨੇ ਉਹ ਸਾਨੂੰ ਨਹੀਂ ਦਿਖਦੀਆਂ ਬਿਕੋਜ਼ ਉਹ ਇੱਕ ਤਾਂ ਡੀਪ ਇੰਬੈਡਡ ਹੁੰਦੀਆਂ, ਇੱਕ ਤਾਂ ਥੋੜ੍ਹੀਆਂ ਡੂੰਘੀਆਂ ਪਈਆਂ ਹੁੰਦੀਆਂ, ਪਲੱਸ ਉਹਨਾਂ ਦੇ ਵਿੱਚ ਕੀ ਹੈ ਕਿ ਉਹਨਾਂ ਦੀਆਂ ਵਾਲਸ ਮੋਟੀਆਂ ਹੁੰਦੀਆਂ। ਨੈਕਸਟ ਆ ਗਿਆ ਕਿ ਇਹਨਾਂ ਵਿੱਚ ਵੈਲਵਸ ਨਹੀਂ ਹੁੰਦੇ। ਵੈਲਵ ਹੁੰਦੇ ਆ ਕਿ ਬਲੱਡ ਦਾ ਫਲੋ ਰੋਕਣ ਵਾਸਤੇ ਕਿ ਬੈਕ ਫਲੋ ਨਾ ਹੋਏ ਜਾਂ ਪਾਸ ਕਿੱਧਰ ਨੂੰ ਹੋਣਾ ਹੋਏ, ਇਹਦੇ 'ਚ ਕੋਈ ਵੈਲਵ ਨਹੀਂ ਹੁੰਦਾ। ਅਤੇ ਵੇਨਸ ਜਿਹੜੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਵੈਲਵ ਪ੍ਰੈਜੈਂਟ ਹੁੰਦੇ ਨੇ। ਐਂਡ ਕਿਉਂਕਿ ਇਹਨਾਂ ਦੀਆਂ ਵਾਲਸ ਮੋਟੀਆਂ ਆ ਅਤੇ ਜੇ ਇਹ ਖਾਲੀ ਵੀ ਹੋ ਜਾਣ ਤਾਂ ਇਹਨਾਂ ਦੀ ਸ਼ੇਪ ਉਸ ਤਰ੍ਹਾਂ ਹੀ ਰਹਿੰਦੀ ਆ, ਬਟ ਵੇਨਸ ਜਿਹੜੀਆਂ ਉਹ ਇੱਦਾਂ ਨਹੀਂ ਕਰ ਪਾਉਂਦੀਆਂ ਬਿਕੋਜ਼ ਇਹ ਪਤਲੀਆਂ ਹੁੰਦੀਆਂ ਅਤੇ ਜਦੋਂ ਇਹ ਖਾਲੀ ਹੋ ਜਾਂਦੀਆਂ ਤਾਂ ਇਹ ਕੋਲੈਪਸ ਕਰ ਦਿੰਦੀਆਂ। ਠੀਕ ਹੈ, ਸਪੋਜ਼ ਕਿ ਆ ਕੋਈ ਪਾਈਪ ਆ ਸਾਡੇ ਕੋਲ, ਜਿਹੜੀ ਆਰਟਰੀ ਆ ਉਹਦੀ ਇਹ ਵਾਲੀ ਕੰਧ ਮੋਟੀ ਆ, ਇਸ ਕਰਕੇ ਜੇ ਖਾਲੀ ਹੋ ਜਾਏ ਤਾਂ ਐਸਾ 'ਚ ਹੀ ਰਹੂਗੀ, ਬਟ ਜਿਹੜੀ ਵੇਨ ਆ ਇਹਨੂੰ ਥਿਨ ਮੰਨ ਕੇ ਚੱਲੋ ਅਤੇ ਜਦੋਂ ਇਹ ਖਾਲੀ ਹੋ ਜਾਏਗੀ ਤਾਂ ਇਹ ਕੋਲੈਪਸ ਕਰ ਜਾਏਗੀ। ਠੀਕ ਹੈ, ਇਹ ਆਪਣਾ ਜਿਹੜਾ ਡਾਇਆਮੀਟਰ ਉਹ ਮੇਨਟੇਨ ਨਹੀਂ ਰੱਖ ਪਾਊਗੀ। ਉਸ ਤੋਂ ਬਾਅਦ ਇਹਨਾਂ ਦੇ ਵਿੱਚ ਪ੍ਰੈਸ਼ਰ ਹਾਈ ਹੁੰਦਾ। ਕਿਉਂ ਪ੍ਰੈਸ਼ਰ ਹਾਈ ਹੁੰਦਾ? ਕਿਉਂਕਿ ਸਾਡੀ ਬੋਡੀ ਨੂੰ ਆਕਸੀਜਨੇਟਡ ਬਲੱਡ ਦੀ ਜ਼ਰੂਰਤ ਜ਼ਿਆਦਾ ਅਤੇ ਜਲਦੀ ਆ ਐਜ਼ ਕੰਪੇਅਰ ਟੂ ਡੀਆਕਸੀਜਨੇਟਡ ਬਲੱਡ। ਠੀਕ ਹੈ, ਅਤੇ ਡੈਥ ਤੋਂ ਬਾਅਦ ਜਿਹੜੇ ਨੇ ਇਹ ਐਮਟੀ ਹੋ ਜਾਂਦੀਆਂ ਆਰਟਰੀਜ਼, ਜਦ ਕਿ ਵੇਨਸ ਫਿਲਡ ਹੀ ਰਹਿੰਦੀਆਂ ਨੇ ਅਤੇ ਵੇਨਸ ਦਾ ਪ੍ਰੈਸ਼ਰ ਜਿਹੜਾ ਉਹ ਲੋ ਰਹਿੰਦਾ। ਜਦੋਂ ਅਸੀਂ ਬਲੱਡ ਪ੍ਰੈਸ਼ਰ ਕਰਾਂਗੇ ਜਾਂ ਉਹਦੇ 'ਚ ਤੁਸੀਂ ਪੜ੍ਹੋਗੇ, ਨੋਰਮਲੀ ਵੀ ਤੁਸੀਂ ਦੇਖਿਆ ਹੋਏਗਾ ਕਿ ਜਦੋਂ ਕੋਈ ਬਲੱਡ ਪ੍ਰੈਸ਼ਰ ਚੈੱਕ ਕਰਦਾ ਤਾਂ ਡਾਕਟਰ 2 BPs ਚੈੱਕ ਕਰਦਾ ਹੈ, ਇੱਕ ਨੂੰ ਕਹਿੰਦੇ ਅੱਪਰ ਅਤੇ ਇੱਕ ਲੋਅਰ। ਇੱਕ ਉਹ ਬਲੱਡ ਪ੍ਰੈਸ਼ਰ ਹੁੰਦਾ ਆਰਟਰੀ ਦਾ ਅਤੇ ਦੂਜਾ ਹੁੰਦਾ ਵੇਨ ਦਾ। ਠੀਕ ਹੈ, ਇਸ ਕਰਕੇ ਇੱਕ ਹਾਈ ਹੁੰਦਾ ਅਤੇ ਇੱਕ ਲੋਅ ਹੁੰਦਾ। ਤੁਸੀਂ ਦੇਖਿਆ ਹੋਏਗਾ ਕਿ ਨੋਰਮਲੀ ਜਿਵੇਂ ਹੁੰਦਾ ਹੈ ਕਿ 120 ਤੱਕ ਜਾਂ 80 to 120 ਇੱਦਾਂ ਵਾਲੀ ਚੀਜ਼ ਜਿਹੜੀ ਆ ਉਹ 2 BPs ਹੁੰਦੇ ਨੇ, ਇੱਕ ਵੇਨਸ ਦਾ ਪ੍ਰੈਸ਼ਰ ਹੁੰਦਾ ਅਤੇ ਇੱਕ ਆਰਟਰੀਜ਼ ਦਾ ਪ੍ਰੈਸ਼ਰ ਹੁੰਦਾ।